गुरु नानक पद पंकज बंदन पंकज सिमरो अंगद दुख नेक गुरु अमर दास हृदय नित त्याऊं हृदय श्री गुरु रामदास गुरु अर्जन बेगनन के श्री हर गोबिंद सुमत श्री हर राय नमो कर जोरी नमो श्री हर कृष्ण मनाओ गुरु तेग बहादुर परम कृपाला परम श्री गुरु गोबिंद सिंह में तरो तरा पर पुन पुन सीसा पुन पुन बंदो बार बार जग एक ओंकार सतगुरु ते प्रसाद वाहिगुरु जी की फतेह है वाहिगुरु जी की फतेह है दोहरा तिनको भी दुर्लभ पद जोए करा जतन जोगी चाह सोए रण मह मृत्यु होए सो पावो एक पलक में तहाँ से लाभ हो। वाहिगुरु जी का खालसा वाहिगुरु जी की फतेह। आओ गुरु प्यारे गुरु सवारे सतसंगी जनो रोजाना की तरह पातशाह जी की अपार किरपा बख्शिश का सदका पिछले पहरां दे दीवान सजाते हुए आप जी गुरु चरणों विखे हाजरियां लवा रहे हो। आओ लड़ीवार इतिहास की कथा विचार नाल जुड़ना करिए जी। पहाड़ी राजे फौज इकट्ठी करके सतगुरां ते हमला करन आ रहे हैं तो इधरों सतगुरां ने भी अपनियां फौजां नूं गाइड किया है, हल्लाशेरी दी है और हुक्म किया है कि अगे होकर लड़ना, पीछे पैर नहीं पाउणा। जे मर गए तो सचखंड विच मेरे नाल वसोगे, जे जिउंदे रहे तो संसार दे विच राजे बनावांगा। इस तरह पातशाह ने गाइड किया। फौजां तैयार प्रत्यार होईयां ते सतगुरु पातशाह जी अपनियां फौजां नूं लैके हुण जंग दे वास्ते किवें चाले पाउंदे आ, ये आपां हुण आरंभ करके सरवण करदे आ। उस तो पहला गुरु का बख्शिया फतेह का नारा करो बुलंद गज के आखो जी वाहिगुरु जी का खालसा वाहिगुरु जी की फतेह। जो अकलर है मरै सह कामी सो पूर्ण होवै सुरपुरगामी। धन धन साहिब श्री गुरु गोबिंद सिंह जी महाराज अपनियां फौजां नूं गाइड करते हुए उपदेश देंदे हुए कह रहे हैं, जे कोई कामना रख के जंग करेगा तो उसकी वो कामना पूरी होवेगी। वो सुरपुरी देवलोक स्वर्गां दे विच वसेगा। स्वर्ग का मतलब है सुखां दा घर। जिहड़े पैसे वाले लोग है मानो स्वर्गां च ही वसदे आ ते वो स्वर्गां दे विच वसेगा। के सुख भोगै चित कह और वो स्वर्गां दे सुख भोगणगे मन भाउंदे जी। पर होए हैं राजे सब सुख भोग है वधै समाधि। स्वर्गां चों फिर जदों समा आवेगा मातलोक विच मनुखा जन्म लैणगे ते मातलोक दे राजे बनणगे। सतगुरु पातशाह जी कहंदे ये बख्शू ये भावना ये पदवी ਉਹਨਾਂ ਨੂੰ ਪ੍ਰਾਪਤ नहीं ਹੁੰਦੀ ਜਿਨ੍ਹਾਂ ਨੇ ਸੈਂਕੜੇ ਸਾਲ ਹਜ਼ਾਰਾਂ ਸਾਲ ਤਪੱਸਿਆ ਕੀਤੀ, ਜਲ ਧਾਰੇ ਕੀਤੇ, ਧੂਣੀਆਂ ਧਾਪੀਆਂ
ਔਰ ਜਿਨ੍ਹਾਂ ਨੇ ਵਰਖਾ ਮੀਂਹ ਗਰਮੀ ਸਰਦੀ ਆਪਣੇ ਸਰੀਰ ਤੇ ਝੱਲੀ, ਇਹ ਪਦਵੀ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦੀ। ਪਰ ਜਿਹੜਾ ਮੇਰੇ ਨਾਲ ਜੰਗ ਦੇ ਮੈਦਾਨ ਵਿੱਚ ਅੜ ਕੇ ਖੜ ਕੇ ਲੜੇਗਾ ਉਹਨਾਂ ਨੂੰ ਉਹ ਪਦਵੀ ਮਿਲੇਗੀ ਜੀ। ਮੇਰੀ ਸਿੱਖੀ ਬਹੁਰ ਕਮਾਏ, ਮਿਲੈ ਆਨੰਦ ਆਨੰਦ ਪਾਏ। ਔਰ ਜਿਹੜੇ ਫਿਰ ਦੁਬਾਰਾ ਮਾਨਸ ਜਾਮੇ ਵਿੱਚ ਆਉਣਗੇ, ਮੇਰੀ ਸਿੱਖੀ ਨੂੰ ਕਮਾਉਣਗੇ, ਮੇਰੇ ਨਾਲ ਫਿਰ ਮਿਲ ਕੇ ਆਨੰਦ ਮਾਣਨਗੇ ਜੀ। ਸੋ ਨਿਸਕਾਮੀ ਜੰਗ ਮਝਾਰਾ, ਮਾਰਾ ਮਰਾ ਗਹਿ ਹਥਿਆਰਾ। ਔਰ ਜਿਹੜੇ ਨਿਸ਼ਕਾਮ ਭਾਵਨਾ ਨਾਲ ਜੰਗ ਦੇ ਵਿੱਚ ਲੜਨਗੇ, ਮਰਨਗੇ ਔਰ ਮੌਤ ਤੋਂ ਨਾ ਡਰਦੇ ਹੋਏ ਸ਼ਸਤਰ ਚਲਾਉਣਗੇ, ਪਾਤਸ਼ਾਹ ਜੀ ਕਹਿੰਦੇ ਹੱਥ ਵਿੱਚ ਹਥਿਆਰ ਫੜ ਕੇ ਸੋ ਮਨ ਸੰਗ ਸਦਾ ਹੀ ਰਹਿ, ਪਦ ਜੋਗੀਨ ਜੋ ਦੁਰਲਭ ਹੈ। ਉਹ ਹਮੇਸ਼ਾ ਮੇਰੇ ਨਾਲ ਰਹਿਣਗੇ। ਜਿਹੜੀ ਦੁਰਲਭ ਪਦਵੀ ਜੋਗੀਆਂ ਨੂੰ ਨਹੀਂ ਮਿਲਦੀ, ਉਹ ਪਦਵੀ ਮੈਂ ਦੇਵਾਂਗਾ। ਭਾਵ ਉਹ ਰੂਹਾਂ ਹਮੇਸ਼ਾ, ਜਿਨ੍ਹਾਂ ਨੂੰ ਆਪਾਂ ਸ਼ਹੀਦੀ ਫੌਜਾਂ ਕਹਿੰਦੇ ਆ, 10ਵੇਂ ਪਾਤਸ਼ਾਹ ਜੀ ਕਹਿੰਦੇ ਉਹ ਸ਼ਹੀਦ ਬਣ ਕੇ ਹਮੇਸ਼ਾ ਮੇਰੇ ਨਾਲ ਰਹਿਣਗੇ ਜੀ। ਲਖੋ ਜੋ ਛਤਰੀ ਭਈਏ, ਰਨ ਨਾ ਮਰੇ ਸੁਰਗ ਸਭ ਗਏ। ਪਹਿਲਾਂ ਵੀ ਬਹੁਤ ਸਾਰੇ ਛਤਰੀਆਂ ਦੇ ਜੰਗ ਹੋਏ, ਜਿਨ੍ਹਾਂ ਨੇ ਚੰਗੀ ਤਲਵਾਰ ਵਾਹੀ, ਮੌਤ ਤੋਂ ਨਿਡਰ ਹੋ ਕੇ ਲੜਦੇ ਹੋਏ ਜੰਗ ਦੇ ਮੈਦਾਨ ਵਿੱਚ ਜਿਨ੍ਹਾਂ ਨੇ ਸਰੀਰ ਤਿਆਗੇ, ਉਹ ਸਵਰਗਾਂ ਨੂੰ ਗਏ ਜੀ। ਛਪੀ ਨਹੀਂ ਜਗ ਨਾ ਇਹ ਕਥਾ, ਜੋ ਦੇ ਕੋ ਪ੍ਰਾਪਤ ਸੁਖ ਜਥਾ। ਪਾਤਸ਼ਾਹ ਕਹਿੰਦੇ ਇਹ ਗੱਲਾਂ ਕੋਈ ਛਪੀਆਂ ਹੋਈਆਂ ਨਹੀਂ। ਸੰਸਾਰ ਭਰ ਦੇ ਯੋਧੇ ਜੰਗ ਦੇ ਮੈਦਾਨ ਵਿੱਚ ਸਰੀਰਾਂ ਛੱਡ ਕੇ ਸਵਰਗ ਲੋਕ ਨੂੰ ਪ੍ਰਾਪਤ ਹੋਏ, ਸੁੱਖਾਂ ਨੂੰ ਪ੍ਰਾਪਤ ਹੋਏ ਜੀ। ਮਨ ਮੈਂ ਤੁਮਰੇ ਸੰਗ ਸਹਾਏ, ਲੋਕ ਪਰਲੋਕ ਜਹਾਂ ਕਹ ਜਾ। ਔਰ ਫਿਰ ਮੈਂ ਉਹਨਾਂ ਦੇ ਨਾਲ ਹਮੇਸ਼ਾ ਮਦਦ ਕਰਾਂਗਾ, ਚਾਹੇ ਲੋਕ 'ਚ ਹੋਣ ਤੇ ਚਾਹੇ ਪਰਲੋਕ ਦੂਜੇ ਲੋਕ 'ਚ ਹੋਣ। ਇਤੇ ਆਦਿ ਤੋ ਉਪਦੇਸ਼ਤ ਸੁਆਮੀ, ਭਇਓ ਖਾਲਸਾ ਸੰਗਰ ਕਾਮੀ। ਇਉਂ ਉਪਦੇਸ਼ ਸੁਣ ਕੇ ਖਾਲਸਾ ਫੌਜਾਂ ਜਿਹੜੀਆਂ ਜੰਗ ਦੇ ਮੈਦਾਨ ਲਈ ਕਾਹਲੀਆਂ ਪੈ ਗਈਆਂ। ਮਹਾਰਾਜ ਛੇਤੀ ਚੱਲੋ, ਇਹਨਾਂ ਪਹਾੜੀਆਂ ਨੂੰ ਚੱਡੇ ਗਾਟੇ ਕਰੀਏ। ਮਾਦੇ ਆਰਬ ਦੇਸ ਮਾਹੀ, ਉਤੇ ਸਿੰਘ ਘਰ ਗਮਨੇ ਤਾਹੀ। ਔਰ ਮਾਝੇ ਦੇ ਦੇਸ਼, ਮਾਝੇ ਦੀਆਂ ਸੰਗਤਾਂ ਵੀ ਸਤਿਗੁਰਾਂ ਕੋਲੇ ਹੁਣ। ਜਿਹੜੇ ਸਿੰਘ ਪਹਿਲਾਂ ਕਿਤੇ ਘਰਾਂ ਨੂੰ ਚਲੇ ਗਏ ਸਨ ਮਾਝੇ ਵੱਲ, ਉਹਨਾਂ ਨੂੰ ਵੀ ਸੱਦੇ ਭੇਜਣ ਲੱਗੇ ਜੀ। ਘਰ ਪੱਠੇ ਸਮੇਂ ਆਏ, ਦੁਨੀ ਚੰਦ ਨਿਜ ਸੱਥ ਹੈ ਲਿਆ। ਇਹ ਦੁਨੀ ਚੰਦ ਜਿਹੜਾ ਹੈ ਮਾਝੇ ਦੇ ਇਲਾਕੇ ਦਾ ਗੁਰੂ ਪਿਆਰਿਓ ਮਸੰਦ ਸੀਗਾ। ਮਸੰਦਾਂ ਦਾ ਕੰਮ ਹੁੰਦਾ ਸੀ ਪ੍ਰਚਾਰ ਕਰਨਾ ਔਰ ਸੰਸਾਰ ਨੂੰ ਸਿੱਖੀ ਦੇ ਨਾਲ ਜੋੜਨਾ। ਤਾਂ ਇਹ ਦੁਨੀ ਚੰਦ ਮਾਝੇ ਦਾ ਮਸੰਦ ਜਿਹੜਾ ਹੈ, ਇਹ ਬਹੁਤ ਸਾਰੇ ਮਾਝੇ ਦੇ ਲੋਕਾਂ ਨੂੰ ਨਾਲ ਲੈ ਕੇ ਉਸ ਵੇਲੇ ਅਨੰਦਪੁਰ ਆ ਗਿਆ, ਜਿਸ ਵੇਲੇ ਪਾਤਸ਼ਾਹ ਨੇ ਸੱਦੇ ਭੇਜੇ ਜੀ। ਕਾਨ ਰਾਣ ਕੀ ਸੋਧ ਪਹੁੰਚਾਈ, ਚਲੇ ਸਿੰਘ ਆਏ ਸਮੁਦਾਇ। ਔਰ ਸਤਿਗੁਰਾਂ ਨੇ ਜਿੱਥੇ ਜਿੱਥੇ ਗੁਰੂ ਘਰ ਦੇ ਪ੍ਰਚਾਰਕ ਮਸੰਦ ਰਹਿੰਦੇ ਸਨ, ਉਹਨਾਂ ਮਸੰਦੀਆਂ ਨੂੰ ਸੁਨੇਹੇ ਲਾ ਦਿੱਤੇ ਕਿ ਨੌਜਵਾਨ ਫੌਜਾਂ ਨੂੰ, ਗੁਰੂ ਕੇ ਸਿੰਘਾਂ ਨੂੰ ਜਲਦੀ ਅਨੰਦਪੁਰ ਸਾਹਿਬ ਭੇਜੋ। ਜੰਗ ਦਾ ਸਵਾਨ ਬਣ ਗਿਆ ਹੈ, ਪਹਾੜੀਏ ਚੜ੍ਹਾਈ ਕਰਕੇ ਆ ਰਹੇ ਹਨ। ਸਿੰਘ ਗੁਰਬਖਸ਼ ਸਿੰਘ ਪੁਣਾ, ਭੈਰੋਵਾਲ ਕਲਾਲ ਸਿੰਘ ਗੁਨਾ। ਬਖਸ਼ ਸਿੰਘ, ਗੁਰਬਖਸ਼ ਸਿੰਘ, ਭੈਰੋਵਾਲ ਦੇ ਕਲਾਲ, ਇਹ ਵੀ ਹੋਰ ਅਨੇਕਾਂ ਲੋਕਾਂ ਨੂੰ ਇਕੱਠੇ ਕਰਕੇ ਲੈ ਆਏ ਜੀ। ਲੈ ਸੈਂਕੜੇ ਸਿੰਘਣ ਆਏ, ਦਿਆਲ ਸਿੰਘ ਸੁਰ ਸਿੰਘ ਬਸਾਏ। ਔਰ ਸੁਰ ਸਿੰਘ ਪਿੰਡ ਦਾ ਦਿਆਲ ਸਿੰਘ, ਜਿੱਥੋਂ ਦੇ ਬਾਬਾ ਬਿਧੀ ਚੰਦ ਜੀ ਹੋਏ ਹਨ 6ਵੇਂ ਜਾਮੇ ਵੇਲੇ, ਉਹ ਸੁਰ ਸਿੰਘ ਦਾ ਰਹਿਣ ਵਾਲਾ ਦਿਆਲ ਸਿੰਘ ਮਸੰਦ ਹੈ ਉੱਥੋਂ ਦਾ। ਇਹ ਵੀ ਉੱਥੋਂ ਦੇ ਸਿੰਘਾਂ ਨੂੰ ਇਕੱਠੇ ਕਰਕੇ ਲੈ ਆਇਆ ਹੈ ਜੀ। ਮਤੂ ਸੇਵਾ ਸਿੰਘ ਮਝਾਲੋ,
ਇਹ ਸਭ ਦੁਨੀ ਚੰਦ ਕੇ ਗੈਲ। ਮੱਟੂ ਸੇਵਾ ਸਿੰਘ, ਮੱਟੂ ਕਈ ਵਾਰੀ ਤਖਲਸ ਕੋਈ ਲਾਇਆ ਇਸ ਨੂੰ, ਸੇਵਾ ਸਿੰਘ ਮੱਟੂ, ਇਹ ਸਾਰੇ ਦੁਨੀ ਚੰਦ ਮਸੰਦ ਨਾਲ ਇਕੱਤਰ ਹੋ ਕੇ ਸੈਂਕੜਿਆਂ ਦੀ ਗਿਣਤੀ ਵਿੱਚ ਮਾਝੇ ਦੀਆਂ ਸਿੰਘ ਸੰਗਤਾਂ ਨਾਲ ਆ ਰਹੀਆਂ ਜੀ। ਸਗਲ ਪੰਜ ਸਹਿ ਗਿਣਤੀ ਬਿਖੈ, ਆਣ ਗੁਰੂ ਕੋ ਦਰਸ਼ਨ ਦਿਖੈ। ਇਹ 500 ਸਿੰਘ ਹੈ ਮਾਝੇ ਤੋਂ ਜਿਹੜਾ ਦੁਨੀ ਚੰਦ ਲੈ ਕੇ ਆਇਆ ਹੈ। ਇਸ ਰੀਤੀ ਦੇਸਨ ਸਮੁਦਾਏ, ਸੁਣ ਰਨ ਕਰਨ ਪ੍ਰਭੂ ਢਿਗਿਆਏ। ਇਸੇ ਤਰ੍ਹਾਂ ਹੀ ਸਾਰੇ ਇਲਾਕੇ ਦੇ ਮਸੰਦਾਂ ਨੂੰ ਚਿੱਠੀਆਂ ਪਾ ਦਿੱਤੀਆਂ ਗਈਆਂ। ਮਿੰਟੋ ਮਿੰਟੀ ਘੋੜ ਸਵਾਰ ਲੈ ਕੇ ਚਿੱਠੀਆਂ ਇਲਾਕਿਆਂ ਵਿੱਚ ਪਹੁੰਚੇ, ਮਸੰਦਾਂ ਨੂੰ ਸੁਨੇਹਾ ਦਿੱਤਾ, ਮਸੰਦਾਂ ਨੇ ਸਿੰਘਾਂ ਨੂੰ ਸੁਨੇਹਾ ਦਿੱਤਾ। ਮੈਂ ਬੜੀ ਤੇਜ਼ੀ ਨਾਲ ਗੁਰੂ ਸਾਹਿਬ ਨੇ ਬੁਲਾਇਆ। ਆ ਸਾਡੀਆਂ ਸਰਕਾਰਾਂ ਵੀ ਭਾਵੇਂ ਰਿਟਾਇਰ ਹੋਏ ਫੌਜੀ ਹੋਣ, ਭਾਵੇਂ ਹੋਰ ਨੌਜਵਾਨ ਹੋਣ, ਜੇ ਕਿਤੇ ਜੰਗ ਲੱਗ ਜਾਵੇ ਤੇ ਉਹਨਾਂ ਨੂੰ ਮਿੰਟੋ ਮਿੰਟੀ ਬੁਲਾਉਂਦੇ ਆ ਵੀ ਛੇਤੀ ਆਓ, ਦੇਸ਼ ਤੇ ਖਤਰਾ, ਤੁਸੀਂ ਨਾਲ ਲੱਗੋ। ਕੋ ਸਤਨਾਮ ਸਿੰਘ। ਇਸੇ ਤਰ੍ਹਾਂ ਹੀ ਮੇਰੇ ਪ੍ਰੀਤਮ ਜੀ ਨੇ ਸਾਰੇ ਮਸੰਦਾਂ ਨੂੰ ਚਿੱਠੀਆਂ ਪਾ ਕੇ ਸਿੰਘਾਂ ਨੂੰ ਇਕੱਠੇ ਕਰਕੇ ਲਿਆਉਣ ਦਾ ਹੁਕਮ ਦਿੱਤਾ ਹੈ ਜੀ। ਭਾਈ ਇਕੱਤਰ ਹਜ਼ਾਰੋਂ ਸਿੰਘ, ਗਾਹੇ ਸ਼ਾਸਤਰਨ ਰਿਪ ਬਿਗ ਪਰ ਸਿੰਘ। ਇਸ ਤਰ੍ਹਾਂ ਗੁਰੂ ਪਿਆਰਿਓ, ਗੁਰੂ ਕੀਆਂ ਫੌਜਾਂ ਹਜ਼ਾਰਾਂ ਦੀ ਗਿਣਤੀ ਵਿੱਚ ਢਾਈ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਣ ਲੱਗੀਆਂ ਔਰ ਹੱਥਾਂ ਵਿੱਚ ਸ਼ਸਤਰ ਫੜ ਕੇ ਮਿਰਗ ਪਰ ਸਿੰਘ ਇਉਂ ਆ ਗਏ ਜਿਵੇਂ ਕੋਈ ਸ਼ੇਰ ਸ਼ਿਕਾਰ ਤੇ ਹਮਲਾ ਕਰਨ ਲਈ ਚੱਲਿਆ ਹੈ ਜੀ। ਜਦ ਬੋਲੇ ਪ੍ਰਭੂ ਸੁਣਾਏ, ਚਾਹੇ ਆਪ ਕੀ ਏਕ ਰਜਾਏ। ਔਰ ਇਹ ਗੁਰੂ ਕੀਆਂ ਲਾਡਲੀਆਂ ਫੌਜਾਂ, ਗੁਰੂ ਕੇ ਸਿੰਘ ਜਿਹੜੇ ਹਨ, ਗਰਜਦੇ ਹੋਏ ਜਕਾਰੇ ਛੱਡਦੇ ਹੋਏ ਪਹੁੰਚ ਕੇ ਕਹਿੰਦੇ, ਪਾਤਸ਼ਾਹ ਬਸ ਇੱਕ ਇਸ਼ਾਰਾ ਕਰੋ, ਇਹ ਪਹਾੜੀਆਂ ਦੀ ਕੀ ਹਿੰਮਤ ਹੈ ਖੜ ਜਾਣ। ਕਹਾਂ ਤੁਹਾਰੀਏ ਹਮੋ ਅਗਾਰੀ, ਕਰੋ ਹੁਕਮ ਦਿੱਲੀ ਲੈ ਮਾਰੀ। ਕਿਸੇ ਨੇ ਗੀਤ ਬਣਾਤਾ, ਪਤਾ ਨਹੀਂ ਕੀ ਬਾਟੇ ਵਿੱਚ ਘੋਲ ਕੇ ਪਿਆ ਗਿਆ। ਇਹ ਲੋਕ ਕਦੇ ਚਾਕੂ ਚੱਕਣ ਨੂੰ ਤਿਆਰ ਨਹੀਂ ਸੀ ਤਿੱਖਾ। ਜਿਵੇਂ ਭਾਈ ਦਇਆ ਸਿੰਘ ਜੀ ਦੱਸਦੇ, ਅੰਮ੍ਰਿਤ ਛਕਣ ਤੋਂ ਪਹਿਲਾਂ ਪਾਤਸ਼ਾਹ ਕਹਿੰਦੇ, ਕਿੱਥੋਂ ਆਇਆ ਭਾਈ ਤੂੰ? ਜੀ ਲਾਹੌਰ ਤੋਂ। ਕੀ ਨਾਮ ਹੈ? ਦਇਆ ਰਾਮ। ਕਹਿੰਦੇ ਅੱਛਾ, ਤੇਰੇ ਦਇਆ ਆ ਗਈ ਲਾਹੌਰ ਵਿੱਚ, ਕੀ ਕੰਮ ਕਰਦਾ ਹੈ? ਜੀ ਹਮ ਤੋਂ ਜਾਤ ਹਮਾਰੀ ਖੱਤਰੀ, ਹਮ ਤੋਂ ਤੋਲਣ ਜਾਣੇ ਤਕੜੀ, ਨੰਗੀ ਕਰਦ ਕਬੂ ਨਾ ਪਕੜੀ, ਚਿੜੀ ਉੱਡੇ ਤੋਂ ਹਮ ਡਰ ਜਾਏ। ਪਾਤਸ਼ਾਹ ਕਹਿੰਦੇ ਆ ਜਾ, ਤੈਨੂੰ ਤਲਵਾਰ ਫੜਾਵਾਂਗੇ। ਫਿਰ ਕਹੋ ਸਤਨਾਮ ਸ੍ਰੀ। ਤੋ ਇਸ ਕਰਕੇ ਹੁਣ ਇਹ ਸਿੰਘ ਜਕਾਰੇ ਗੱਜਦੇ। ਗੁਰੂ ਪਿਆਰਿਓ, ਪਾਤਸ਼ਾਹ ਜੀ ਕੋਲ ਆ ਫਤਿਹ ਬੁਲਾਈ ਹੈ ਤੇ ਕਹਿੰਦੇ, ਮਹਾਰਾਜ ਪਹਾੜੀਏ ਕਿਆ ਤਾਕਤ ਰੱਖਦੇ ਹੈ, ਕਹੋ ਤਾਂ ਦਿੱਲੀ ਲੁੱਟ ਕੇ ਲਿਆਈਏ ਮਾਰ ਕੇ। ਦੇਖ ਪਾਏ ਲਵਪੁਰ ਕੋ ਤਤਕਾਲ ਛੁਟਾ। ਲਾਹੌਰ ਦੇ ਵਿੱਚ ਇਹਨਾਂ ਦੀ ਇੱਕ ਰਾਜਧਾਨੀ ਸੀਗੀ ਸਰਕਾਰ ਦੀ, ਮੁਗਲ ਸਰਕਾਰਾਂ ਦੀ, ਕਿਉਂਕਿ ਲਾਹੌਰ ਜਿਹੜਾ ਪਰੇ ਪਾਕਿਸਤਾਨ ਨਾਲ ਵੀ ਜੁੜਦਾ ਸੀਗਾ। ਇਸ ਕਰਕੇ ਇੱਕ ਰਾਜਧਾਨੀ ਦਿੱਲੀ ਬਣਾਈ ਸੀ ਇਹਨਾਂ ਨੇ, ਇੱਕ ਲਾਹੌਰ ਬਣਾਈ ਸੀ। ਮਾਰਾ ਦਿੱਲੀ ਮਾਰ ਲਈਏ ਤੇ ਲਾਹੌਰ ਨੂੰ ਤੁਰਕਾਂ ਤੋਂ ਖਾਲੀ ਕਰਾ ਕੇ ਆਪਣੇ ਕਬਜ਼ੇ ਵਿੱਚ ਕਰੀਏ, ਜਿਵੇਂ ਅੱਗੇ ਚੱਲ ਕੇ ਰਣਜੀਤ ਸਿੰਘ ਜੀ ਨੇ ਕੀਤਾ ਸੀ। ਉਪਦੇ ਉਦੇ ਸਿੰਘ ਤੇ ਆਦਿਕ ਵੀਰ, ਸੁਣ ਸਤਿਗੁਰ ਤਿਨ ਦੀਨ ਸਤੀਰ। ਉਦੈ ਸਿੰਘ ਉਹ ਸਿੰਘ ਹੈ ਭਾਈ ਬਚੇਤਰ ਸਿੰਘ ਦਾ ਭਾਈ ਉਦੈ ਸਿੰਘ। ਬਚੇਤਰ ਸਿੰਘ ਨੇ ਹਾਥੀ ਦੇ ਨਾਗਣੀ ਮਾਰ ਕੇ ਹਾਥੀ ਪੁੱਠਾ ਮੋੜਿਆ ਸੀ ਤੇ ਉਦੈ ਸਿੰਘ ਨੇ ਘੋੜੇ ਤੇ ਖੜਾ ਹੋ ਕੇ ਤਲਵਾਰ ਚਲਾਈ ਤੇ ਕੇਸਰੀ ਚੰਦ ਦਾ ਸਿਰ ਲਾ ਲਿਆ ਸੀ ਤੇ ਸੇਲੇ ਤੇ ਟੰਗ ਕੇ ਪਾਤਸ਼ਾਹ ਦੇ ਲਿਆ ਚਰਨਾਂ ਵਿੱਚ ਸਿੱਟਿਆ। ਕਹਿੰਦੇ ਮਹਾਰਾਜ ਇਹਦੇ 4 ਠੇਡੇ ਮਾਰੋ। ਕਹਿੰਦਾ ਸੀ ਮੈਂ ਗੁਰੂ ਗੋਬਿੰਦ ਸਿੰਘ ਨੂੰ ਫੜ ਕੇ ਲਿਆਉਣਾ। ਦੱਸੋ ਇਸ ਨੂੰ ਕਿਵੇਂ ਫੜੀਦਾ ਗੁਰੂ ਗੋਬਿੰਦ ਸਿੰਘ ਨੂੰ? ਉਹ ਭਾਈ ਉਦੈ ਸਿੰਘ ਬਚੇਤਰ ਸਿੰਘ ਦਾ ਭਾਈ ਹੈ ਜਿਹੜਾ, ਇਹ ਵੀ ਸਤਿਗੁਰਾਂ ਦੇ ਹਜ਼ੂਰ ਆ ਕੇ ਇੱਦਾਂ ਗੱਜਦਾ ਹੈ। ਕਹਿੰਦੇ ਜੀ ਕਹੋ ਤਾਂ ਲਾਹੌਰ ਵੀ ਲੁੱਟ ਲਿਆਈਏ। ਪਾਤਸ਼ਾਹ ਕਹਿੰਦੇ ਸ਼ਾਂਤੀ ਰੱਖੋ, ਸ਼ਾਂਤੀ ਧੀਰਜ ਰੱਖੋ। ਕਰੋ ਦਿੜ ਬਚੋ ਸੰਜੇਮ, ਰੋਕੋ ਆਗਾ ਨਰਵੇ ਹੇਦ। ਉਦੈ ਸਿੰਘ ਪਹਿਲਾਂ ਤਾਂ ਕਿਲਾ ਬਣੋ, ਕਿਲੇਬੰਦੀ ਕਰੋ, ਮੋਰਚਾ ਬੰਦੀ ਕਰੋ ਪੱਕੀ ਤਰ੍ਹਾਂ, ਤੇ ਦੁਸ਼ਟ ਜਿਹੜਾ ਹੈ ਸਾਡੇ ਅਨੰਦਪੁਰ ਸਾਹਿਬ ਦੇ ਨੇੜੇ ਨਾ ਫਟਕ ਸਕੇ ਦੋਹਰਾ। ਗੁਰੂ ਅਨੰਦਪੁਰ
ਸਿੰਘਨ ਕੀਨ ਸਚੇਤ ਸ਼ਾਸਤਰ ਨਿਕਾਸੇ ਕੋਸ਼ ਤੇ ਬਖਸ਼ੇ ਸੰਗਰ ਹੇਤ। ਜਿਹੜੇ ਕਾਫੀ ਸਮੇਂ ਤੋਂ ਸਿੱਖ ਸੰਗਤਾਂ ਸ਼ਾਸਤਰ ਲਿਆ ਕੇ ਭੇਟ ਕਰ ਰਹੀਆਂ, ਅਨੇਕਾਂ ਤਰ੍ਹਾਂ ਦੀਆਂ ਤਲਵਾਰਾਂ, ਬਰਸ਼ੇ, ਨਾਗਣੀਆਂ, ਬੰਦੂਕਾਂ, ਪਿਸਤੌਲ ਆਦਿ, ਪਾਤਸ਼ਾਹ ਜੀ ਨੇ ਉਹ ਖਜ਼ਾਨਾ ਖੋਲ੍ਹਿਆ ਸ਼ਾਸਤਰਾਂ ਦਾ ਔਰ ਫੌਜਾਂ ਨੂੰ ਵੰਡ ਦਿੱਤੇ ਜੀ। ਬੜੇ ਵਾੜ ਚੋਰੇ ਸੋਤੇ ਕੇ ਜੋ ਮਿਆਨੀ ਦੁਦਾਰੇ ਫੁਲਾਦੀ ਨਿਕਾ ਮਹਾਨੀ। ਜਿਨ੍ਹਾਂ ਦੇ ਵਿੱਚ ਬਾੜ ਪਾਉਣ ਵਾਲੇ ਚੌੜੇ ਤੇਗੇ, ਜਿਸ ਤਰ੍ਹਾਂ ਇੱਕ ਚੌੜਾ ਤੇਗਾ ਬਾਬਾ ਦੀਪ ਸਿੰਘ ਜੀ ਦਾ ਪਿਆ 3-4 ਉਂਗਲਾਂ ਚੌੜਾ, ਉਹਦਾ ਫਲ ਜਿਹੜਾ ਹੈ, ਇਸ ਤਰ੍ਹਾਂ ਗੁਰੂ ਪਿਆਰਿਓ ਚੌੜੇ ਤੇਗੇ ਔਰ ਮਿਆਨਾ ਵੀ ਜਿਹੜੇ ਪਏ ਸੀ, ਦੋ ਧਾਰੇ ਭਾਵ ਜਿਹੜੇ ਦੋ ਧਾਰੇ ਫਲਾਦੀ ਦੋਨੇ ਪਾਸਿਓਂ ਤਿੱਖੇ। ਸਰੋਹੀ ਹਲਬੀ ਜੋ ਨਬੀ ਦਈ ਹੈ ਕਰਾ ਚੋਲ ਖੰਡੇ ਜੋ ਕੇਤੇ ਲਈ ਹੈ। ਸਰੋਹੀ ਤਲਵਾਰ ਦਾ ਹੀ ਇੱਕ ਨਾਮ ਹੈ ਤੇ ਹਲਬੀ ਜਨਬੀ ਅਰਬਸਤਾਨ ਦੇ ਦੋ ਸ਼ਹਿਰ ਹਨ ਜਿੱਥੇ ਤਲਵਾਰਾਂ ਬਣਦੀਆਂ, ਜਿਵੇਂ ਦਾਤੀਆਂ ਦਾ ਗੜ੍ਹ ਅਹਿਮਦਗੜ੍ਹ ਮੰਨਿਆ ਜਾਂਦਾ ਪੰਜਾਬ 'ਚ, ਇਸੇ ਤਰ੍ਹਾਂ ਹੀ ਇਹ ਹਲਬੀ ਤੇ ਜਨਬੀ ਦੋ ਸ਼ਹਿਰ ਹਨ ਜਿੱਥੇ ਬੜੀ ਕੀਮਤੀ ਤਲਵਾਰ ਬਣਦੀ ਹੈ, ਜਿੱਥੋਂ ਸਿੱਖ ਸੰਗਤਾਂ ਦਸਵਾਂ ਦਸੌਂਦ ਇਕੱਠਾ ਕਰਕੇ ਖਰੀਦ ਕੇ ਲਿਆਉਂਦੀਆਂ ਤੇ ਸਤਿਗੁਰਾਂ ਦੇ ਖੁਸ਼ੇ ਲੈਣ ਲਈ ਭੇਟ ਕਰਦੀਆਂ। ਅੱਜ ਉਹਨਾਂ ਤਲਵਾਰਾਂ ਨੂੰ ਵੀ ਹਵਾ ਲਵਾਈ ਹੈ। ਸਭੇ ਲੋਕ ਕੀ ਸਾਂਗ ਨਿਜੇ ਬਿਸਾਲੇ ਬੇਸ਼ੂਵੇ ਬੜੇ ਬਾਤ ਜਬੂਏ ਕਰਾਲੇ। ਸਰਬ ਲੋਹ ਦੇ ਬਣੇ ਹੋਏ ਬਰਸ਼ੇ, ਨੇਜੇ ਪੱਕੇ ਭਾਰੇ, ਵੱਡੇ ਵਿਸ਼ੂਏ ਤੇ ਵਿਕਰਾਲ ਜੰਬੂਏ ਕਰਾਲੇ। ਇਹ ਕਿਹੜਾ ਸ਼ਾਸਤਰ ਹੈ ਜਿਹੜਾ ਉਂਗਲਾਂ ਵਿੱਚ ਪਾਇਆ ਜਾਂਦਾ ਵਿਸ਼ੂਆ, ਇੱਦਾਂ ਕਰਕੇ ਫਿਰ ਦੁਸ਼ਮਣ ਦੇ ਨੇੜਿਓਂ ਮਾਰਿਆ ਜਾਂਦਾ, ਘੁਸੁੰਨ ਮੁੱਕੀ ਜਦੋਂ ਹੋ ਜਾਂਦੀ ਆ ਨੇੜੇ ਹੋ ਕੇ। ਇਹ ਉਂਗਲਾਂ ਵਿੱਚ ਪਾ ਕੇ ਮੂਹਰੋਂ ਤਿੱਖਾ ਹੁੰਦਾ, ਅੱਜ ਕੱਲ੍ਹ ਪਿੱਤਲ ਲਈ ਬਣਾਉਂਦੇ ਆ ਜਵਾਕ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਇਹ ਜਿਹੜੇ ਖੋਖਰੀਆਂ ਛੋਟੀ ਤਲਵਾਰ ਖੋਖਰੀ ਜ਼ਿਆਦਾਤਰ ਚੀਨ ਦੇ ਵਿੱਚ ਬਣਦੀ ਹੈ, ਇਹ ਚੀਜ਼ਾਂ ਜਿਹੜੀਆਂ ਹਨ ਗੋਰਖੇ ਰੱਖਦੇ ਹਨ। ਇਹ ਵੀ ਬੇਅੰਤ ਸਤਿਗੁਰਾਂ ਦੇ ਕੋਲ ਸ਼ਾਸਤਰ ਆਏ ਹੋਏ ਨੇ ਔਰ ਕੱਢ ਲਏ ਖਜ਼ਾਨੇ 'ਚੋਂ। ਸੁਰੇ ਖੋਖਣੀ ਸੈਫ ਲਾਂਬੀ ਬਲੰਦੇ ਘੜੇ ਸੈਰ ਭਾਲੇ ਪ੍ਰਕਾਸ਼ੇ ਅਮੰਦੇ। ਸੈਫ ਵੀ ਸਿੱਧੀ ਤਲਵਾਰ ਦਾ ਨਾਂ ਹੈ। ਸੈਫ ਸਰੋਹੀ ਸਹਿਤੀ ਤਪਕ ਤਵਰ ਅਰ ਤੀਰ, ਇਹ ਸਾਰੇ ਜਿਹੜੇ ਹਨ ਪਾਤਸ਼ਾਹ ਜੀ ਨੇ ਦਸਮ ਗ੍ਰੰਥ ਵਿੱਚ ਸ਼ਾਸਤਰ ਨਾਮ ਮਾਲਾ ਦੇ ਵਿੱਚ ਨੋਟ ਕੀਤੇ ਹਨ। ਤਾਂ ਇਸ ਤਰ੍ਹਾਂ ਸੈਫ ਸਰੋਹੀ ਇਹ ਸਾਰੇ ਅਨੇਕਾਂ ਤਰ੍ਹਾਂ ਦੀਆਂ ਤਲਵਾਰਾਂ, ਕੋਈ ਜ਼ਿਆਦਾ ਗੋਲ ਕੀਤੀ ਹੋਈ ਹੈ ਉਸ ਤਲਵਾਰ ਨੂੰ ਗੋਲੀਆ ਕਹਿੰਦੇ ਆ, ਜ਼ਿਆਦਾਤਰ ਨਿਹੰਗ ਸਿੰਘ ਰੱਖਦੇ ਹਨ ਗੁਰੂ ਪਿਆਰਿਓ। ਤਾਂ ਇਸ ਤਰ੍ਹਾਂ ਇਹ ਸਾਰੀਆਂ ਤਲਵਾਰਾਂ ਤਰ੍ਹਾਂ ਤਰ੍ਹਾਂ ਦੇ ਡਿਜ਼ਾਈਨ ਦੀਆਂ, ਕੋਈ ਸਿੱਧੀਆਂ, ਕੋਈ ਗੋਲ, ਕੋਈ ਲੰਮੀਆਂ ਕੱਢ ਲਈਆਂ, ਜਿਨ੍ਹਾਂ ਨੂੰ ਸੋਨਾ ਵੀ ਲੱਗਿਆ ਹੋਇਆ ਹੈ। ਮਨਹੀਨ ਸਾਫੰਗ ਬਣੇ ਅੰਗ ਚੰਗੇ ਸਮਾਚੇ ਕਲਾਦਾਰ ਸ਼ਾਸਤਰ ਨਭੰਗੇ। ਔਰ ਐਸੇ ਸ਼ਾਸਤਰ ਐਸੇ ਲੋਹੇ ਦੇ ਬਣੇ ਜਿਨ੍ਹਾਂ ਨੂੰ ਮਲ ਭਾਵ ਜਰ ਨਹੀਂ ਲੱਗੀ, ਪਏ ਹਨ ਪਰ ਜਰ ਨਹੀਂ ਲੱਗਦੀ। ਮਲਹੀਨ ਸਾਫ ਸੁਥਰੇ ਹਥਿਆਰ ਜਿਨ੍ਹਾਂ ਦੇ ਅੰਗ ਬੜੇ ਸੁੰਦਰ ਬਣੇ ਹੋਏ ਹਨ। ਜਲਾ ਜੰਬੂਰੇ ਧਮਾਕੇ ਦੇ ਚੱਕਰ ਬਕਰਮ ਚ ਮੰਗੇ ਚਲਾਕੇ। ਤੁਫੰਗੇ, ਕਲਾਦਾਰ, ਪਿਸਤੌਲ, ਜੰਜੈਲਾਂ, ਜੰਬੂਰੇ, ਧਮਾਕੇ, ਇਹ ਬੰਦੂਕ ਪਿਸਤੌਲਾਂ ਦੇ ਨਾਮ ਹਨ। ਘਣੇ ਸੇਲ, ਬਹੁਤ ਸਾਰੇ ਸੇਲੇ ਵਰਸ਼ੇ ਔਰ ਤੇ ਚੱਕਰ ਬਕਰ ਚਮਕੇ ਚਲਾਕੇ। ਔਰ ਚੱਕਰ ਜੋ ਸਿਰ ਤੇ ਰੱਖਦਾ ਸਿੰਘ, ਇਹ ਚੱਕਰ ਵੀ ਹਥਿਆਰ ਹੈ। ਜਦ ਦੁਸ਼ਮਣ ਨੂੰ ਜਿਹੜਾ ਇਹਦਾ ਨਿਸ਼ਾਨਾ ਲਾਉਣ ਜਾਣਦਾ ਨਾ, ਉਹ ਉਂਗਲ ਤੇ ਘੁਮਾ ਕੇ ਜਦ ਛੱਡਦਾ ਤੇ ਸਿੱਧਾ ਧੌਣ ਤੇ ਜਾ ਕੇ ਵੱਜ ਕੇ ਧੌਣ ਵੜ ਦਿੰਦਾ। ਚੱਕਰ ਵੀ ਇੱਕ ਤਰ੍ਹਾਂ ਦਾ ਹਥਿਆਰ ਹੈ। ਇਹ ਸਿੰਘਾਂ ਨੂੰ ਵੰਡ ਦਿੱਤੇ ਜੀ। ਵੱਡੇ ਮੋਲ ਤੇ ਦੂਰ ਤੇ ਆਏ ਢਾਲੇ ਕਠੋਰ ਕੋ ਦੰਡਨ ਬੜੇ ਜਵਾਲੇ। ਬੜੀ ਕੀਮਤੀ ਢਾਲਾਂ ਜਿਹੜੀਆਂ ਗੁਰੂ ਕੀਆਂ ਫੌਜਾਂ ਨੇ, ਸਿੱਖਾਂ ਨੇ, ਸੰਗਤਾਂ ਨੇ ਦਸਵਾਂ ਦਸੌਂਦ ਇਕੱਠਾ ਕਰਕੇ ਖਰੀਦ ਕੇ ਲਿਆ ਕਰਕੇ ਸਤਿਗੁਰਾਂ ਦੇ ਹਜ਼ੂਰ ਭੇਟ ਕੀਤੀਆਂ ਹਨ। ਭਰੇ ਬਾਣ ਭਾਥਾ ਨਿਕਾ ਪ੍ਰਕਾਰੇ ਧਰੇ ਬਾਣ ਪੈਨੇ ਲਗੇ ਬੀਦ ਮਾਰੇ। ਔਰ
ਬਹੁਤ ਸਾਰੇ ਤੀਰ ਵੀ ਤਿਆਰ ਕਰਵਾ ਕੇ ਰੱਖੇ ਗਏ ਹੈ। ਜੋ ਲੋਹਗੜ੍ਹ ਸਾਹਿਬ ਦਾ ਗੁਰਦੁਆਰਾ ਅਨੰਦਪੁਰ ਸਾਹਿਬ ਵਿਖੇ ਉਸ ਦੇ ਵਿੱਚ ਸਪੈਸ਼ਲ ਇਹ ਲੋਹਾਰ ਰੱਖੇ ਹੋਏ ਸਨ ਸ਼ਸਤਰ ਤਿਆਰ ਕਰਨ ਵਾਸਤੇ, ਔਰ ਤੀਰਾਂ ਦੇ ਪੱਥੇ ਜਿਹੜੇ ਹਨ ਤਿਆਰ ਕਰਕੇ ਰੱਖੇ ਹੋਏ। ਅੱਜ ਕੱਢ ਕੇ ਕਮਾਨ ਅਤੇ ਤੀਰ ਸਿੰਘਾਂ ਨੂੰ ਵੰਡ ਦਿੱਤੇ ਜੀ। ਇਨੋ ਮਾਦ ਤੇ ਅਜੁਦਨ ਪੰਜ ਦੀਨੇ, ਖੁਸ਼ੀ ਖਾਲਸੇ ਪੈ ਪ੍ਰਭੂ ਪੂਰ ਕੀਨੇ। ਖਾਸ ਕਰਕੇ ਪਾਤਸ਼ਾਹ ਜੀ ਨੇ ਫੌਜਾਂ ਨੂੰ 5-5 ਸ਼ਸਤਰ ਦਿੱਤੇ। ਜਿਹੜਾ ਜੋ ਚਲਾਉਣ ਜਾਣਦਾ ਸੀ ਉਹਨੂੰ ਉਹ ਵੀ ਦਿੱਤਾ। ਖਾਲਸੇ ਤੇ ਬੜੀਆਂ ਖੁਸ਼ੀਆਂ ਬਖਸ਼ ਰਹੇ ਹਨ। ਦਈ ਬਿਰੰਦ ਬਰੂਦ ਗੋਰੀ ਕਨੇਰੀ, ਪਹਾੜੀ ਸਿੰਘ ਰਾਵੋ ਕਹਿਓ ਤਾਹੇ ਬੇਰੀ। ਇਉਂ ਆਪਣੀਆਂ ਫੌਜਾਂ ਵਿੱਚ ਗੋਲੀ ਛਿੱਕਾ ਬਣਦੇ ਹੋਏ ਸਤਿਗੁਰੂ ਇਹ ਵੀ ਕਹਿ ਰਹੇ ਐ, ਪਹਾੜੀਏ ਮੁੜ ਕੇ ਘਰੇ ਨਾ ਜਾਣ। ਹੁਣ ਕਹੋ ਸਤਨਾਮ, ਇੱਥੇ ਹੀ ਰੱਖ ਲੈਣਾ ਪਹਾੜੀਆਂ ਨੂੰ ਮਾਰ ਕੇ ਆਪਾਂ, ਐਸਾ ਇਹਨਾਂ ਨੂੰ ਮਾਰ ਮਾਰੋ। ਭਏ ਸਵਧਾਨੰ ਤਬੈ ਸਿੰਘ ਬੀਰਾ, ਰਸਨ ਵੀਰ ਰਾਤੇ ਚਲੇ ਬਾਂਧ ਧੀਰਾ। ਇਉਂ ਗੁਰੂ ਕੀਆਂ ਫੌਜਾਂ ਸਾਵਧਾਨ ਹੋ ਕੇ ਸ਼ਸਤਰਾਂ ਨੂੰ ਧਾਰਨ ਕਰਕੇ ਹੁਣ ਚੱਲੀਆਂ ਜਿੱਧਰੋਂ ਪਹਾੜੀ ਟਿੱਡੀ ਦਲ ਆ ਰਿਹਾ ਹੈ। ਬੰਦੇ ਟੋਲ ਪੈ ਟੋਲ ਸੁਰਾਣ ਐਸੇ, ਬਹੇ ਵਿਆਹੂ ਤੇ ਮੇਘ ਹਵਾ ਪੁੰਜ ਜੈਸੇ। ਜਿਵੇਂ ਹਵਾ ਚੱਲਦੀ ਹੈ ਤੇ ਬੱਦਲ ਭੱਜ ਲੈਂਦੇ ਹਨ, ਇਸੇ ਤਰ੍ਹਾਂ ਗੁਰੂ ਕੀਆਂ ਫੌਜਾਂ ਟੋਲੇ ਬਣਾ ਕੇ ਜਥੇ ਬਣਾ ਕੇ ਭੱਜੀਆਂ ਜਾ ਰਹੀਆਂ ਭੀਮ ਚੰਦ ਨੂੰ ਮੋੜਨ ਦੇ ਲਈ। ਤੋ ਆਏ ਬੋ ਬਿਰੰਦ ਸ਼ਸਤਰਨ ਹੋਈ, ਤਹਾਂ ਖਾਲਸਾ ਜਾਏ ਕੀਨੀ ਸੋਟੋ। ਜਿਹੜੇ ਪਾਸਿਓਂ ਹਜੇ ਆ ਰਹੇ ਨੇ ਪਹਾੜੀਏ ਅਨੰਦਪੁਰ ਸਾਹਿਬ ਦੇ ਨੇੜੇ ਨਹੀਂ ਪਹੁੰਚੇ, ਪਹਿਲਾਂ ਚਿੱਠੀ ਭੇਜ ਦਿੱਤੀ ਉਹਨਾਂ ਨੇ, ਤੇ ਪਾਤਸ਼ਾਹ ਜੀ ਦੀਆਂ ਫੌਜਾਂ ਅਨੰਦਪੁਰ ਸਾਹਿਬ ਤੋਂ ਕਈ ਕੋ ਅੱਗੇ ਜਾ ਕੇ ਘੇਰਾਬੰਦੀ ਕਰਦੀਆਂ ਤਾਂ ਕਿ ਅਨੰਦਪੁਰ ਸਾਹਿਬ ਦੀਆਂ ਸੰਗਤਾਂ ਨੂੰ ਆਂਚ ਨਾ ਆਵੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਫੌਜਾਂ ਉਸ ਪਾਸੇ ਪਹੁੰਚ ਗਈਆਂ ਜਿੱਧਰੋਂ ਟਿੱਡੀ ਦਲ ਪਹਾੜੀਆਂ ਦਾ ਆ ਰਿਹਾ ਹੈ। ਤੋ ਫੰਗੇ ਤੜਾਕੇ ਉਠਾਵੇ ਕਨੇਰੇ, ਉਡੀਕੈ ਪਹਾੜੀ ਜੇ ਆਵੇ ਜਨੇਰੇ। ਔਰ ਹੁਣ ਪਹਾੜੀਆਂ ਨੂੰ ਉਡੀਕ ਰਹੇ ਹਨ ਸਿੰਘ, ਜਕਾਰੇ ਛੱਡ ਰਹੇ ਹਨ, ਔਰ ਆਕਾਸ਼ੀ ਫੈਰ ਵੀ ਬੰਦੂਕ ਨਾਲ ਕਰ ਰਹੇ ਹਨ। ਕਿਲੇ ਦੋਏ ਸਤਿਗੁਰੂ ਕੇ ਗਾਡੋ ਕੋਟ ਉਤੰਗ, ਨਾਮ ਫਤਿਹਗੜ੍ਹ ਲੋਹੜਗੜ੍ਹ ਅਪਰ ਆਗਮ ਪੁਰਿਆੰਗ। ਇਸ ਤਰ੍ਹਾਂ ਗੁਰੂ ਪਿਆਰਿਓ 2 ਕਿਲੇ ਗੁਰੂ ਸਾਹਿਬ ਦੇ ਲੋਹਗੜ੍ਹ ਸਾਹਿਬ ਤੇ ਫਤਿਹਗੜ੍ਹ ਸਾਹਿਬ ਸਤਿਗੁਰਾਂ ਦੇ ਜਿਹੜੇ ਬੜੇ ਵੱਡੇ ਦੋਨੇ ਪਾਸੇ ਅਨੰਦਪੁਰ ਸਾਹਿਬ ਦੀ ਸੰਗਤ ਦੀ ਰਕਸ਼ਾ ਵਾਸਤੇ, ਅਨੰਦਪੁਰ ਸਾਹਿਬ ਦੀ ਰਕਸ਼ਾ ਲਈ ਤਿਆਰ ਕੀਤੇ ਹਨ। ਸ਼ੇਰ ਸਿੰਘ ਨਾਹਰ ਸਿੰਘ ਦੋ ਕਾਇਮ ਕਰੇ ਲੋਹਗੜ੍ਹ ਸੋ। ਔਰ ਸ਼ੇਰ ਸਿੰਘ ਤੇ ਨਾਹਰ ਸਿੰਘ ਦੋਹਾਂ ਸਿੰਘਾਂ ਦੀ ਲੋਹਗੜ੍ਹ ਦੇ ਵਿੱਚ ਡਿਊਟੀ ਲਾ ਦਿੱਤੀ ਹੈ ਉੱਚੇ ਥਾਂ ਤੇ। ਸਿੰਘ ਪੰਚਸੈ ਸੰਗ ਸਸੂਰੇ, ਸ਼ਸਤਰਨ ਕੋ ਹੱਥਵੇ ਬਲ ਪੂਰੇ। ਔਰ ਇਹਨਾਂ ਨੂੰ 500 ਫੌਜੀ ਦਿੱਤਾ ਹੈ। ਜੇ ਲੋਹਗੜ੍ਹ ਕਿਲੇ ਵੱਲ ਦੀ ਟੱਪਣਗੇ ਤੇ ਤੁਸੀਂ ਉਹਨਾਂ ਦਾ ਮੁਕਾਬਲਾ ਕਰਨਾ ਹੈ। ਰਾਮਪੁਰੇ ਜਿਸ ਸਕਲ ਮਜੈਲ, ਗਾਡੇ ਕਰੇ ਸ਼ਸਤਰ ਧਰ ਛੈਲ। ਅਗੰਪੁਰਾ ਇੱਕ ਪਾਸੇ ਪਾਤਸ਼ਾਹ ਦਾ ਸਥਾਨ ਹੈ, ਅਗੰਪੁਰਾ ਉਸ ਪਾਸੇ ਮਝੈਲਾਂ ਦਾ ਜਿਹੜਾ ਹੈ ਡਿਊਟੀ ਲਾ ਦਿੱਤੀ ਹੈ। ਜਿਹੜੇ ਇਧਰੋਂ ਆਉਣਗੇ ਉਹਨਾਂ ਨੂੰ ਇੱਥੇ ਰੱਖਣਾ ਹੈ। ਉਹਦੇ ਸਿੰਘ ਆਦਿਕ ਦੇ ਔਰ ਰਾਖੈ ਤਰਕਾਈ ਸਭ ਠੋਰ। ਭਾਈ ਉਦੈ ਸਿੰਘ ਦੀ ਘੋੜ ਸਵਾਰ ਹੈ, ਡਿਊਟੀ ਲਾਈ ਹੈ ਕਿ ਸਾਰੇ ਪਾਸੇ ਘੁੰਮਦੇ ਰਹਿਣਾ ਹੈ ਔਰ ਖਿਆਲ ਰੱਖਣਾ ਹੈ ਕਿ ਦੁਸ਼ਮਣ ਕਿਹੜੇ ਪਾਸਿਓਂ ਆ ਰਿਹਾ ਹੈ ਜੀ। ਜਹਾਂ ਜੋਰ ਤੇ ਪਰੈ ਲੜਾਈ, ਤਹਾਂ ਜਾਊ ਤੁਰਨ ਕਰਤਾਈ। ਜਿੱਧਰ ਦੁਸ਼ਮਣਾਂ ਦਾ ਜ਼ੋਰ ਪੈਂਦਾ ਹੋਵੇ ਤੂੰ ਘੋੜੇ ਤੇ ਚੜ ਕੇ ਫਟਾਫਟ ਉਸੇ ਪਾਸੇ ਜਾ ਕੇ ਹਮਲਾ ਕਰਨਾ ਹੈ ਆਪਣੀ ਫੌਜ ਨਾਲ ਲੈ ਕੇ। ਢਾਲ ਦੇਹੋ ਕਮਸਾਨ ਕਨੇਰਾ, ਦੇਹੋ ਸ਼ਸਤਰਨ ਕੇ
अंग बखेरा। और ऐसा घमसान दा जंग करो कि शत्रुआं दे अंग भंग होके इउं खिंडे दिसन जिवें कड़छियां डिग्गियां हुंदियां। इस प्रकार कह कर तरकाई, अगर जान के गुरु हटाई। और तुसी किलियां तो अगे नहीं जाना, दुश्मन का पिछा नहीं करना, इथों टप्पण नहीं देनागा। इस तरह पातशाह जी ने फौज की ब्योंतबंदी जरनैलों की तरह की है। सैना सकल निकट ही राखी, लड़ हो इसी थल रण अबलाखी। और कुछ सैना उदय सिंह नूं दे दिती है, कुछ सैना पातशाह जी ने अपने नाल भी रखी है। भीम चंद हंकारी, धुंधर बिरंद बदे बल भार। उधरों भीम चंद हंकारी नगारे ते चोटा लाउंदा ढोल बजाउंदा आ रहा है। साथ निहारा, भयो प्रथम ते बड़ हंकारा। इनू हंकार हो गया कि मेरे नाल सारे राजे हन, सारे राजियां दी फौज है। गुरु नाल तां सारे एवें ही सिख है, किहड़ा कुछ जानते हैं। पर हरन भरन जाका नेत्र फोड़, तिसका मंत्र ना जाने होर। गुरु चाहे तो एक अनजान बंदे तो भी गुरु प्यारो कुछ भी करवा सकते आ। ये कुछ कीता, छज्जू मेहरे तो गीता के अर्थ करवा दिते, गीता मूँह जवानी सुनवा दी। को सतनाम सी गुरु कुछ भी कर सकता है, कोई शक नहीं। पर यह सोचते हैं गुरु कोले फौजा नहीं हैगियां, और हंकार बड़ा है कि मेरे कोल 22 धार दे सारे पहाड़िए हन। इतनो लश्कर जे संग होए, नित अनुसार रह सबको। ये सोचता आ रहा है जिहदे नाल इन्नी फौज होवे, फौज की भीड़ देख के हंकार करदा है। जिहदे नाल इन्नी फौज होवे उस ते अगे केड़ा अड़ सकदा है। एक आनंदपुर गिनती कहाँ, लवपुर जीत बेहोगढ़ महा। उन्हां पहाड़ियां दी गिनती नूं वेख के हंकार करदा है, कहंदी आनंदपुर तां छोटा जिहा है, इन्नी फौज लेके तां मैं लाहौर नूं भी जित सकदा। साहब को चिंत विशाला, बजत लोहो सो लोहो कराला। इन्नी फौज नाल तां मैं औरंगजेब नूं भी चिंता तुर कर सकदा। की कहंदा इन्नी फौज मेरे नाल है, मैं तां औरंगजेब ते हमला करां, वो भी चिंता च पै सकदा है। अबलर है मिल गरपत सारे, कहाँ खालसा अगर हमारे। पर ਜਿਹੜੀਆਂ गुरु साहब ने गुप्त शक्तियां ਵਰਤਾਉਣੀਆਂ ਉਹਦੇ ਬਾਰੇ ਇਹਨੂੰ ਕੋਈ ਜਾਣਕਾਰੀ नहीं। कहता हुण देखूंगा खालसा किमें अड़दा मेरे अगे, जदों इन्नी फौज लैके मैं लड़ांगा ते आनंदपुर साहब की मैं तां लाहौर भी खाली करवा सकदा। लाल कलम लत आए तब गयो, नेर आनंदपुर सो होए गयो। ਇਹ सोचा सोचदा आ रहा है। गुरु प्यारिओ भीम चंद पहाड़िया राजा जिस तरह किसी वेले एक वारी एक मनुख होया जिसनों किसी ने भार चकाता, सिर ते घ्यो अपना तेल का भांडा चका दिता, मैं अगले शहर छड्ड के आ। कहन लग्या ठीक है, नाल तुरिया जा रहा। तेल का किन्ना किराया उन्होंने दस दिता। सोच के कहन लग्या भी ये किराया लैके आप एक मुर्गी लवांगे, मुर्गी आंडे देगी, फिर बहुत मुर्गियां हो जाएगियां, फिर बहुत मुर्गियां हो गई, फिर पैसे वट के गां लै लांगे, फिर दुध बेचांगे, बहुत गाइयां हो जाएगियां, फिर आप जिहड़ा है ब्याह करा लांगे। शेख चिल्ली शेखियां मारदा जा रहा है, फिर आप ब्याह करा लांगे तो ऐश करांगे, फिर बाल बच्चे हो जाएंगे। तो बच्चे मैनू कहणगे बापू रुपया दई, तो मैं कढ़ के लत्त मारूँ, मैं मरहा कमाए आ। मैं इन्ना सोचदियां थल्लों लत्त चला बैठा नाल दी नाल। को सतनाम, वो लत्त सज्जी चलाई तो डिग पिया, तेल डुल गया। तेल वाला व्यापारी लड़ाई कर लग्या, तो मेरा तेल डोलता। कहते यार तेरा तेल डुलिया है, मेरा तो सारा बनिया बनाया घर ही उजड़ गया। को सतनाम, इदां दा भीम चंद ख्याल करदा आ रहा है, बई मैं आए कर दूँ, ये कर दूँ, वो कर दूँ। पहाड़ी फौजां की गिनती देख के अरे ओ खालसा जहाँ प्रति खत,
ਦੁੰਦਰ ਤੁਪਕਣ ਸੁਣ ਧੁਨ ਇਖਤ। ਔਰ ਅੱਗੇ ਖਾਲਸਾ ਇਹਨਾਂ ਨੂੰ ਉਡੀਕ ਰਿਹਾ ਮਿਲਣੀ ਕਰਨ ਵਾਸਤੇ। ਆ ਜਾਓ, ਤੁਹਾਡੇ ਵਾਸਤੇ ਖੜੇ ਆ, ਗੋਲੀਆਂ ਦੇ ਸ਼ੱਕਰਪਾਰੇ ਲੈ ਕੇ ਤੇ ਤੀਰਾਂ ਦੇ ਜਲੇਬ ਲੈ ਕੇ। ਔਰ ਇਹਨਾਂ ਨੂੰ ਵੇਖਦਿਆਂ ਖਾਲਸੇ ਨੇ ਆਕਾਸ਼ੀ ਫੈਰ ਕੀਤਾ ਹੈ ਜੀ। ਤੋ ਫੰਗਣ ਕੀ ਤਬ ਤਿਆਰੀ, ਤੋੜੇ ਅਗਨ ਲਾਏ ਇੱਕ ਬਾਰੀ। ਔਰ ਆਕਾਸ਼ੀ ਫੈਰ ਇਸ ਕਰਕੇ ਕੀਤਾ ਹੈ ਕਿ ਦੁਸ਼ਮਣ ਸਿੱਧਾ ਸਾਡੇ ਵੱਲ ਆ ਜੇ ਖੜਕਾ ਸੁਣ ਕੇ, ਕਿਉਂਕਿ ਮਿਲਣਾ ਹੈ, ਕਿਤੇ ਹੋਰ ਸਾਈਡ ਨਾ ਲੰਘ ਜਾਵੇ। ਇਸ ਕਰਕੇ ਗੁਰੂ ਪਿਆਰਿਓ ਉਹ ਆਕਾਸ਼ੀ ਫੈਰ ਕਰਕੇ ਕੁਝ ਤੇ ਫਿਰ ਇਹਨਾਂ ਨੇ ਬੰਦੂਕਾਂ ਵਿੱਚ ਬਰੂਦ ਭਰਿਆ ਇਹਨਾਂ ਨਾਲ ਸ਼ਸਤਰਾਂ ਦੀ ਮਿਲਣੀ ਕਰਨ ਲਈ। ਪਾਏ ਬਰੂਦ ਮੇਲ ਕਰ ਗੋਰੀ, ਠੋਕ ਠੋਕ ਗਜ ਕੀਨ ਕਠੋਰੀ। ਦੋ ਨਾਲੀ ਦੀਆਂ ਉਦੋਂ ਬੰਦੂਕਾਂ ਜ਼ਿਆਦਾ ਹੁੰਦੀਆਂ ਸੀ, ਉਹਨਾਂ ਨੇ ਵਿੱਚ ਹੱਥ ਨਾਲ ਬਰੂਦ ਅਤੇ ਵਿੱਚ ਸਿੱਕੇ ਦੀਆਂ ਗੋਲੀਆਂ ਪਾਈਆਂ ਜਾਂਦੀਆਂ, ਪਿੱਛੋਂ ਅੱਗ ਲਾ ਦਿੱਤੀ ਜਾਂਦੀ, ਬਰੂਦ ਨਾਲ ਉਹ ਗੋਲੀਆਂ ਬੁੜਕਦੀਆਂ ਤੇ ਦੁਸ਼ਮਣ ਦੇ ਸਰੀਰ 'ਚ ਵੱਜਦੀਆਂ ਜਾ ਕੇ। ਖਾਲਸਾ ਤਿਆਰ ਪ੍ਰਤਿਆਰ ਹੋਇਆ, ਹੱਥ ਵਿੱਚ ਮੱਚਦਾ ਹੋਇਆ, ਤੋੜਾ ਵੀ ਹੈ ਚਲਾਉਣ ਲਈ ਬੰਦੂਕ ਨੂੰ। ਆਛੇ ਸੁਲਗ ਗਏ ਜਹ ਤੋੜੇ, ਜੜੇ ਕਲਾ ਪਰ ਗਹਿ ਕਰ ਮੋੜੇ। ਔਰ ਫੌਜਾਂ ਨੇ ਜਿਵੇਂ ਬੰਦੂਕ ਦੀ ਨਾਲੀ ਥੱਲੇ ਕਰਕੇ ਤਾਂ ਕਰਦੀ ਆ, ਘੋੜਾ ਫਿਰ ਚੜ ਜਾਂਦਾ ਹੈ, ਇਉਂ ਕਲਾ ਮਰੋੜੀ ਹੈ ਬੰਦੂਕ ਦੀ, ਔਰ ਤੋੜੇ ਹੱਥ ਵਿੱਚ ਫੜੇ ਹੈ, ਦੁਸ਼ਮਣ ਨੂੰ ਸਾਹਮਣੇ ਤੱਕ ਰਹੇ ਹਨ। ਸ੍ਰੀ ਕਲਗੀ ਧਾਰ ਜਹਾਂ ਸੁਹਾਏ, ਸੁਧ ਹਿਤ ਪਹੁੰਚੇ ਤੂਰਨ ਧਾਏ। ਜਿੱਥੇ ਮੇਰੇ ਪ੍ਰੀਤਮ ਕਲਗੀਧਰ ਪਾਤਸ਼ਾਹ ਖੜੇ ਸਨ, ਉਸ ਪਾਸੇ ਨੂੰ ਇਹ ਖਬਰ ਦੇਣ ਵਾਸਤੇ ਪਹੁੰਚੇ ਹਨ। ਮਹਾਰਾਜ ਸੁਣਿਆ ਤਤਕਾਲਾ, ਦੁੰਦਰ ਤੁਪਕਣ ਨਾਦ ਉਠਾਲਾ। ਮਹਾਰਾਜ ਜੀ ਇਸ ਪਾਸਿਓਂ ਦੁਸ਼ਮਣ ਦੇ ਆਉਣ ਦਾ ਖੜਕਾ ਹੋ ਰਿਹਾ ਹੈ। ਬਹੁਤੇ ਵਜਹ ਸ਼ਰਵਣ ਧੁਨ ਪਰੇ, ਰਾਜੇ ਆਏ ਨਿਕਟ ਹੀ ਖਰੇ। ਬਹੁਤ ਸਾਰੇ ਨਗਾਰੇ ਢੋਲ ਵਜਾਉਂਦੇ ਆ ਰਹੇ ਹਨ ਤੇ ਰਾਜੇ ਸਾਰੇ ਬਾਈ ਧਾਰ ਦੇ ਅੱਗੇ ਹਨ। ਖੜੋ ਖਾਲਸਾ ਭੀ ਸਵਧਾਨਾ, ਖੁਸ਼ੀ ਕਰੋ ਲੈ ਫਤਿਹ ਮਹਾਨਾ। ਹਾਂ, ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸਤ ਸਾਖੀ ਹੈ। ਖਾਲਸਾ ਫੌਜਾਂ ਨੇ ਬੇਨਤੀ ਕੀਤੀ, ਪਾਤਸ਼ਾਹ ਕਿਰਪਾ ਕਰੋ, ਅਸੀਸ ਦਿਓ। ਖਾਲਸਾ ਵੀ ਤਿਆਰ ਪਰ ਤਿਆਰ ਹੈ, ਬਸ ਤੁਸੀਂ ਖੁਸ਼ੇ ਬਖਸ਼ੋ ਕਿ ਸਾਡੀ ਜਿੱਤ ਹੋਵੇ ਜੀ। ਢਿੰਗ ਅਜੀਤ ਸਿੰਘ ਬੈਸ ਨਵੀਨ, ਖੜਗ ਸਿਪਰ ਇਹ ਖੁਦੀ ਕਰ ਲੀਨ। ਉਹ ਸਤਿਗੁਰਾਂ ਦਾ ਵੱਡਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਉਹ ਵੀ ਤਿਆਰ ਪਰ ਤਿਆਰ ਹੈ, ਮੋਢੇ ਤੇ ਢਾਲ ਹੈ ਤੇ ਗਾਤਰੇ ਵੱਡੀ ਤਲਵਾਰ ਪਹਿਨੀ ਹੈ, ਤੀਰਾਂ ਦਾ ਪੱਥਾ ਤੇ ਹੱਥ ਵਿੱਚ ਕਮਾਨ ਫੜਿਆ ਹੈ ਜੀ। ਤਾ ਗੁਰੂ ਕੀ ਆਸੀਸ ਚਾਹਤ, ਰਿਪ ਸਨ ਲਰਬੇ ਹੇਤ ਉਮਾਹਤ। ਔਰ ਬਾਬਾ ਅਜੀਤ ਸਿੰਘ ਜੀ ਵੱਡੇ ਸਾਹਿਬਜ਼ਾਦੇ, ਇਹ ਇਹਨਾਂ ਨੂੰ ਵੀ ਬੜਾ ਚਾਅ ਚੜਿਆ ਅੱਜ ਦਾ ਜੰਗ ਦੇਖ ਕੇ। ਉਦੈ ਸਿੰਘ ਤਬ ਬਾਕ ਬਖਾਨਾ, ਮਹਾਰਾਜ ਸਭ ਕਿਸ ਮਨ ਜਾਨਾ। ਉਦੈ ਸਿੰਘ ਕੁਝ ਬੇਨਤੀ ਕਰਨ ਲੱਗਿਆ, ਸਤਿਗੁਰ ਕਹਿੰਦੇ ਮੈਨੂੰ ਪਤਾ ਹੈ। ਲਉ ਬੇਨਤੀ ਭਲੋ ਅਗਾਰੀ, ਸਾਹਿਬ ਜਾਦਾ ਚਾਹਤ ਭਾਰੀ। ਮਹਾਰਾਜ ਜੀ ਤੁਹਾਡਾ ਇਹ ਸਾਹਿਬਜ਼ਾਦਾ ਵੀ ਜੰਗ ਕਰਨੀ ਚਾਹੁੰਦਾ ਦੁਸ਼ਮਣ ਦੇ ਨਾਲ, ਮੈਂ ਬੇਨਤੀ ਕਰਦਾ ਸੀ। ਸ਼ਸਤਰਨ ਸੰਗ ਜੰਗ ਤੋਂ ਘਾਲਣ, ਸਭ ਸਿੰਘਣ ਦੇ ਧਰ ਸੰਭਾਲਣ। ਮਹਾਰਾਜ ਸਾਰੇ ਸਿੰਘਾਂ ਨੂੰ ਧੀਰਜ ਦੇ ਕੇ ਸੰਭਾਲਣਾ ਚਾਹੁੰਦੇ ਹਨ। ਕੀ ਹੁਕਮ ਹੈ? ਕਹੈ ਆਪ ਤੇ ਲਾਜ ਵਿਸਾਲਾ, ਕੁਛ ਨਾ ਬੋਲ ਸਕੈ ਇਸ ਕਾਲਾ। ਬਾਬਾ ਅਜੀਤ ਸਿੰਘ ਤਿਆਰ ਹੈ ਸ਼ਸਤਰ ਪਹਿਨ ਕੇ ਸਰੀਰ ਉੱਤੇ, ਔਰ ਬਾਬਾ ਉਦੈ ਸਿੰਘ ਜੀ ਭਾਈ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਇਹ ਤੁਹਾਨੂੰ ਕਹਿ ਹੀ ਨਹੀਂ ਰਿਹਾ, ਇਹ ਕਹਿੰਦਾ ਮੈਂ ਵੀ ਅਗਵਾਈ ਕਰੂੰਗਾ ਫੌਜਾਂ ਦੀ। ਹੁਕਮ ਦੇਹੋ ਮਕੋ ਇਨਸਾਥ, ਗਮਨ ਰਣ ਕੋ ਧਾਰ ਪਦ ਮਾਥ। ਬਾਬਾ ਅਜੀਤ ਸਿੰਘ ਨੂੰ ਮੇਰੇ ਨਾਲ ਭੇਜ ਦਿਓ ਮਹਾਰਾਜ, ਅਸੀਂ ਦੋਨੇ ਇਕੱਠੇ ਰਹਾਂਗੇ। ਔਰ ਸਤਿਗੁਰਾਂ ਨੂੰ ਹੁਕਮ ਬੇਨਤੀ ਕੀਤੀ ਕਿ ਸਾਡੇ ਸੀਸ ਤੇ ਹੱਥ ਰੱਖ ਕੇ ਸਾਨੂੰ ਭੇਜਣਾ ਕਰੋ ਜੀ। ਅਬ ਗਿਰ
नाथन के दल आए, चहत वहीर ही जंग मचाए। और पहाड़ी राजियां नाल गुरु का बंदोबस्त है कि आनंदपुर साहब तो दूर ही जंग किया जाए, आनंदपुर साहब च बसते लोगों को कोई भी दिक्कत ना आवे। सुनकार गुरु पुत्र देश देखा, लगे शास्त्र कर सुबाद बसेखा। और सतगुਰਾਂ ने बाबा अजीत सिंह अपने बड़े साहिबजादे वाल देखे है, जिहड़ा त्यार प्रत्यार शास्त्र धारण करके बड़े जाहो जलाल नाल शास्त्र चलाउण नूं तैयार खड़ा है। मनोकामना जंग करन की, विद्या सिखी तनोख सरन की। और इसदी भी इच्छा है कि मैं जंग दे विच वड़ांगा, जिन्हां ने तीर कमान की विद्या लई हुई है। रिपुण हतन को समो, भयो हुक्म गुर कीन सनमो। इदू पहला तो गतकाबाजी खेडी है, शास्त्र बजन तो बचाया है, पर अज आनंद आऊगा जदों दुश्मनां दे खिच खिच के तीरां नाल शरीरां नूं बिन्नागा। अज अभ्यास का असली मौका मिले है। यही काज है सुत सतरीन, जिम भारत अब मनु कीन। ते पातशाह दे के शाबाशे कहने पुत्रा आही तो छत्रियां का काम है। अर्जन ने अपने पुत्र नूं भेजिया सी अभिमन्यु नूं, तू भी जा जंग दे मैदान च उदय सिंह दे नाल रही। इसके सम बै लालस मन की, देखो चाहत करन बिद रण की। तू भी अभिमन्यु वर्गा तकड़ा है, मैं देखना तेरा जंग कैसा करेगा। आछी और ना बात, छतरी कर है रिपण को घात। तो छतरी दी यही भगती है, छतरी दी यही भगती है, जुल्म दे समय जालम दा नाश करे। हुकम आनंदन गुर फरमायो, सुनो अजीत सिंह ललचायो। और पातशाह जी बड़े आनंद नाल बाबा अजीत सिंह नूं हुक्म दिंदे हन। उदय सिंह को लिज है संग, सन्मुख करो रिपण सन जंग। कहने जा पुत्र जा, उदय सिंह दे नाल रही, अगे होके सामने खड़ के दुश्मन नाल लड़ना है। आगे वदन नहीं बहु दिशा, दुर्ग निकट अपने दृढ़ तीजा। अपने किले दे कोले खड़ा रहना है, ज्यादा अगे नहीं वधना, क्योंकि दुश्मन दे मगर जाना भी नुकसानदेह हुंदा है। अपने किले तो अगे नहीं जाना तुसी, और दुश्मन नूं किले कोलों अगे टप्पण नहीं देना। सुनत पिता को हुक्म आनंदियो, पर अरबिंद बंद कर बंदियो। इहो साहिबजादा अजीत सिंह ने सतगुरां दा पवित्र चरणों के उपर अपना शीस रख के मत्था टेकिया है जी। सिंह एक सो लेकर संग, कह तत सिन अनवाए तुरंग। और तुरंत बाबा अजीत सिंह जी का घोड़ा आ गया है, और 100 फौजां की टुकड़ी इन्हां नूं दिती गई है। दादे के स्थान चल गयो, हाथ बंद कर बंदत भयो। गुरुद्वारा शीश महल साहब जिथे 9वें पातशाह शीश का संस्कार होया है, उथे जा नमस्कार कीती परिक्रमा करदे हन। चार परिक्रमा दे कर फिरियो, बिना कीन है परपुर चरियो। चार परिक्रमा करके शीश महल गुरुद्वारा साहब दियां इन्हां ने आग्या लैके सतगुरां तो घोड़े दी रकाब भी खब्बा पैर धरिया है जी। उदय सिंह सो बोलत बैन, चलियो बहिर जह सिंगण सैन। चल बई उदय सिंह कह के चाले पाते ते नाल भाई उदय सिंह जी चल पे। हुण जिधरों पहाड़ी फौजां आ रही उत्थे किवें जंग हुंदा है, ये आपां कल नूं देखांगे। हुण इत्थे रोकण दी आग्या बख्शो। बोलदियां ने एक अखर बाद घाट हो जांदे, सिख संगतां ते सतगुरु बख्शण जोग है, बख्श लेना जी। समाप्ति करिए। हे अच्युत हे पार ब्रह्म अविनाशी अग, हे पूरन हे सर्व में, हे संगी हे निरंकार हे निर्गुण, हे गोविंद हे गुण निदान, हे अपरंपर हर हरे है पिहोवन,
हे संत है कै सदा संग, ਉਦਾਰ हे ठाकुर हों दासरो मैं निर्गुण, ਨਹੀਂ ਕੋਏ नानक दीजै नाम दान, ਕੋਹੀਆ ਕਰੋ आए प्रभ शरणागति, ਨਿਧ ਦਇਆਲ एक अखर हर मन बसत, ਹੋਤ ਨਿਹਾਲ एक अंकार सतगुरु ते प्रसाद सच। वाहिगुरु जी की फतेह है, ਵਿਗਨ ਵਿਨਾਸ਼ਨ ਸੋਏ वाहिगुरु जी की फतेह है। ਵਿਨਾਸ਼ਨ ਸੋਏ वाहिगुरु जी का खालसा, वाहिगुरु जी की फतेह।